सत श्री अकाल जी। वॉइस ऑफ पंजाब टीवी देख रहे तमाम दर्शकों का स्वागत है। सीनियर अकाली आगू बिक्रम सिंह मजीठिया ने सीएम चन्नी ते निशाना साधिया, उन्होंने ऐलानिया अजीत सिंह चन्नी आख्या है। नाल ही उन्होंने नवजोत सिंह सिद्धू ते भी निशाना साधिया है। की क्या है बिक्रम सिंह मजीठिया ने, आओ देखते हैं। फास्टवे ते ईडी दी रेड हुई है दिल्ली ਵਿੱਚ ਕੀ ਕਹਿਣਾ ਚਾਹੋਗੇ ਕਿ ਨਵਜੋਤ ਸਿੰਘ ਨੇ ਕੱਲ ਹੀ ਟਵੀਟ ਕੀਤਾ ਸੀਗਾ, ਨਵਜੋਤ ਸਿੰਘ ਨੇ ਕੱਲ ਹੀ ਟਵੀਟ ਕੀਤਾ ਸੀਗਾ ਤੇ ਅੱਜ ਰੇਡ ਹੋ ਗਈ ਆ ਫਾਸਟਵੇ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਉੱਤੇ, ਕੀ ਕਹਿਣਾ ਚਾਹੋਗੇ? देखो जिस गल दा हले मेरे ध्यान च नहीं, मेरे ध्यान च सारा मुद्दा आ जाए then I will be in a better position to comment on, इसलिए हले no comments मैनू हले, क्योंकि तुसी दस रहे हो ये काम होया, let me understand, फिर मैं ਇਹਦੇ ਬਾਰੇ ਜ਼ਰੂਰ ਗੱਲ ਕਰਾਂਗਾ। ਪਰ ਮਜੀਠੀਆ ਸਾਹਿਬ ਸਵਾਲ ਇੱਥੇ ਇਹ ਹੈ ਕਿ ਨਵਜੋਤ ਸਿੰਘ ਨੂੰ ਪਹਿਲਾਂ ਕਿਦਾਂ ਪਤਾ ਲੱਗ ਜਾਂਦਾ ਹੈ, ਕਿਉਂਕਿ ਕੇਬਲ ਆਪਰੇਟਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 130 ਰੁਪਏ ਟਰਾਈ ਦਾ ਰੇਟ ਹੈਗਾ ਤੇ ਉਧਰ ਮੁੱਖ ਮੰਤਰੀ ਚੰਨੀ ਜਿਹੜੇ ਨੇ ਉਹ 100 ਰੁਪਏ ਐਲਾਨ ਕਰ ਦਿੰਦੇ ਨੇ, ਪਰ ਇਸ ਤੋਂ ਪਹਿਲਾਂ ਜਿਹੜਾ ਨਵਜੋਤ ਸਿੰਘ ਕਿਉਂ ਬਿਆਨ ਦੇ ਦਿੰਦੇ ਨੇ? ਉਹਨਾਂ ਨੂੰ ਪਹਿਲਾਂ ਸਾਰਾ ਕੁਝ ਪਤਾ ਹੁੰਦਾ ਹੈ। ਇਹ ਇਸ ਤਰ੍ਹਾਂ ਹੈ, ਦੇਖੋ ਕਈ ਮਾਮਲਿਆਂ 'ਚ ਠੋਕੋ ਤਾਲੀ ਕਿਹਦੇ ਨਾਲ ਰਲ ਕੇ ਖੇਡ ਰਿਹਾ, ਇਹਦੇ ਤੇ ਬਾਰੇ ਤਾਂ ਬੜਾ ਵੱਡਾ ਸ਼ੱਕ ਹੈ। ਇਸ ਲਈ ਇੱਕ ਸਪੈਸੀਫਿਕ ਕੇਸ ਨਹੀਂ, ਕਈ ਕੇਸਾਂ 'ਚ ਵੇਖਿਆ। ਸੋ ਇਹ ਸਪੈਸੀਫਿਕ ਗੱਲ ਇਸ ਮਸਲੇ 'ਚ ਕੀ ਇਹਦਾ ਕੀ ਬਣਿਆ, ਕਿਉਂ ਹੋਇਆ, ਲੈਟ ਮੀ ਅੰਡਰਸਟੈਂਡ। ਗੱਲ ਕਰਨ ਤੋਂ ਬਾਅਦ ਮੈਂ ਕਰ ਸਕਦਾ, ਮਗਰ ਹਰ ਬੰਦਾ ਕਿਸੇ ਵੀ ਏਜੰਸੀ ਨਾਲ ਕੋਆਪਰੇਟ ਕਰੂਗਾ ਔਰ ਮੈਨੂੰ ਇਹ ਲੱਗਦਾ ਕਿ ਜੋ ਗੱਲ ਹੈ ਸਾਰੀ ਸਾਹਮਣੇ ਆ ਜਾਊਗੀ ਕਿ ਉਹ ਕਿਸਾਨੀ ਅੰਦੋਲਨ ਦੇ ਸੰਬੰਧ 'ਚ ਹੋਇਆ, ਕਿਉਂਕਿ ਕਈ ਜਿਨ੍ਹਾਂ ਨੇ ਉਸ ਅੰਦੋਲਨ ਨੂੰ ਬਹੁਤ ਦਿਖਾਇਆ ਉਹਨਾਂ ਤੇ ਵੀ ਸ਼ਿਕੰਜੇ ਕਸੇ ਗਏ ਆ, ਕਈ ਪ੍ਰੋ ਪੰਜਾਬ ਕੀ, ਉਸ ਤੋਂ ਪਹਿਲਾਂ ਇੱਕ ਹੋਰ ਚੈਨਲ ਕਿਹੜਾ ਉਹ ਆਪਣਾ 에ਅਰ ਔਨ 에ਅਰ, ਬੜਾ ਕੁਝ ਹੋਇਆ। ਕੀ ਹੋਇਆ ਕੀ ਨਹੀਂ, ਇਟਸ ਟੂ अर्ਲੀ ਟੂ ਕਮੈਂਟ। ਯਾਰ ਇਸੇ ਤਰ੍ਹਾਂ ਮੈਂ ਤੁਹਾਨੂੰ ਸ਼ਰਮਾ ਜੀ ਬੇਨਤੀ ਕੀਤੀ ਹੈ ਕਿ ਇਹਦਾ ਛੋਟਾ ਨਾਂ ਐਲਾਨਿਆ ਅਜੀਤ ਸਿੰਘ ਚੰਨੀ, ਔਰ ਰੌਲਾ ਪੈ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕੈਬਨਿਟ ਨੇ ਕੋਈ 77 ਜਾਂ 87 ਫੈਸਲੇ ਕੀਤੇ ਆ ਔਰ 87 ਚੋਂ 12 ਸਿਰਫ ਲਾਗੂ ਹੋਏ ਆ, ਬਾਕੀ ਲਾਗੂ ਨਹੀਂ ਹੋਏ ਆ। ਔਰ ਇੱਕ ਹੋਰ ਵੀ ਤੁਸੀਂ ਹੁਣ ਵੇਖੋਗੇ, ਪਹਿਲਾਂ ਸਭ ਜਗ੍ਹਾ ਲੱਗ ਰਿਹਾ ਸੀਗਾ ਕਿ ਚੰਨੀ ਸਰਕਾਰ, ਠੋਕੋ ਤਾਲੀ ਨੇ ਪਾਤਾ ਰੌਲਾ, ਹੁਣ ਚੰਨੀ ਸਰਕਾਰ ਨਹੀਂ ਦਿਖੂਗੀ, ਹੁਣ ਕਾਂਗਰਸ ਸਰਕਾਰ ਦਿਖੂਗੀ। ਮਤਲਬ ਕਿ ਜੋ ਹਰੀਸ਼ ਚੌਧਰੀ ਨੇ ਪਹਿਲਾਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡਾ ਮੁੱਖ ਮੰਤਰੀ ਚਿਹਰਾ ਕੌਣ, ਉਸ ਬੰਦੇ ਨੇ ਵੀ ਆਪ ਦਾ ਭਰੋਸਾ ਚੰਨੀ ਤੇ ਨਹੀਂ ਪ੍ਰਗਟਾਇਆ। ਜਦ ਕਾਂਗਰਸ ਨੂੰ ਚੰਨੀ ਤੇ ਭਰੋਸਾ ਨਹੀਂ, ਤੁਸੀਂ ਅੱਜ ਵੀ ਠੋਕੋ ਤਾਲੀ ਨੂੰ ਸਵਾਲ ਕਰੋ ਕਿ ਤੁਹਾਡਾ ਕਾਂਗਰਸ ਦਾ ਬਾਈ ਦਾ ਚਿਹਰਾ ਕੌਣ, ਤੇ ਜੇ ਉਹਨਾਂ ਨੂੰ ਆਪਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਇੰਨਾ ਭਰੋਸਾ ਹੈ, ਆਫਟਰ ਆਲ ਹੀ ਸਿਟਿੰਗ ਸੀਐਮ, ਇਲੈਕਸ਼ਨ ਸਿਟਿੰਗ ਸੀਐਮ ਦੀ ਅਗਵਾਈ ਹੇਠ ਲੜੀ ਜਾਂਦੀ ਹੈ, ਮਗਰ ਉਹ ਨਹੀਂ ਲੈਣਗੇ। ਇੱਜ਼ਤ ਕਾਂਗਰਸ ਨੂੰ ਉਹਨਾਂ ਤੇ ਭਰੋਸਾ ਨਹੀਂ ਤੇ ਵਿਰੋਧੀ ਧਿਰ ਨੇ ਕੀ ਕਹਿਣਾ। ਔਰ ਇਹੀ ਕਾਰਨ ਹੈ ਕਿ ਜੋ ਵੀ ਐਲਾਨੀਆ ਅਜੀਤ ਸਿੰਘ ਚੰਨੀ ਕਰ ਰਿਹਾ, ਉਹਨਾਂ ਦੀ ਪੋਲ ਖੋਲ ਸਭ ਤੋਂ ਪਹਿਲਾਂ ਤਾਂ ਪੀਪੀਸੀਸੀ ਦਾ ਪ੍ਰਧਾਨ ਵੀ ਕਰ ਰਿਹਾ ਕਿ ਲੋਲੀਪੌਪ ਨਾ ਵੰਡੋ। ਔਰ ਮੈਂ ਬਾਰ-ਬਾਰ ਕਹਿਣਾ ਕਾਂਗਰਸ ਨੂੰ ਇਸ ਗੱਲ ਦਾ ਓਪਨ ਚੈਲੰਜ ਹੈ, ਜੇ ਤੁਸੀਂ ਇੰਨੇ ਸੰਤੁਸ਼ਟ ਹੋ ਆਪਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ, ਤੇ ਫਿਰ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਐਲਾਨਦੇ? ਕਾਂਗਰਸ ਆਪ ਹੀ ਨਹੀਂ ਖੁਸ਼ ਹੈ ਔਰ ਉਹਨਾਂ ਨੂੰ ਪਤਾ ਕਿ ਇਹ ਐਲਾਨ ਹੀ ਐਲਾਨ ਨੇ, ਇਹਦੇ ਅੰਦਰ ਕੁਝ ਨਹੀਂ। ਐਸਐਫਜੇ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਭਰਾ ਨੂੰ ਜਿਹੜਾ ਨਿਯੁਕਤੀ ਦਿੱਤੀ ਹੈ ਇੱਕ ਜਿੰਕੋ ਚੇਅਰਮੈਨ ਦੀ, ਉਸ ਨੂੰ ਕਿਵੇਂ ਦੇਖ ਰਹੇ ਹੋ ਕਿ ਇਹ ਦੇਸ਼ ਵਿਰੋਧੀ ਤਾਕਤਾਂ ਨੂੰ ਸਰਕਾਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਜਿਹੜੇ ਪੰਨੂ ਦੇ ਬ੍ਰਦਰ ਨੇ? ਇਸ ਤਰ੍ਹਾਂ ਜੀ ਕਿ ਕੌਣ ਹੈ, ਪਹਿਲਾਂ ਤੇ ਗੱਲ ਸਮਝੋ, ਸਿੱਖ ਫॉर ਜਸਟਿਸ ਇੱਕ ਬੰਦਾ ਜਿਹੜਾ ਇਹ ਚਲਾ ਰਿਹਾ ਹੈ, ਉਹ ਆਪ ਹੀ ਪਹਿਲਾਂ ਤਾਂ ਗੁਰਸਿੱਖ ਨਹੀਂ ਹੈ। ਦੋ ਬੰਦੇ ਨੇ, ਇੱਕ ਤਾਂ ਤਾਰੀ ਪੰਨੂ ਹੈ, ਬਲਵਿੰਦਰ ਸਿੰਘ ਕੋਟਲੇ ਬਾਮੇ ਦਾ ਭਰਾ, ਔਰ ਦੂਜਾ ਹੈ ਗੁਰਪਤਵੰਤ ਪੰਨੂ। ਉਹਦੀ ਸ਼ਕਲ ਸੂਰਤ ਆਪਾਂ ਵੇਖੀ ਹੈ। ਉਹ ਕੀ ਚਲਾਉਂਦਾ? ਰੈਫਰੈਂਡਮ 2020, ਕਿਸ ਚੀਜ਼ ਦਾ ਰੈਫਰੈਂਡਮ? ਕਿ ਪੰਜਾਬ ਨੂੰ ਦੇਸ਼ ਨਾਲੋਂ, ਭਾਰਤ ਦੇਸ਼ ਨਾਲੋਂ ਵੱਖ ਕਰਨ ਦੀ ਗੱਲ ਕਰਦਾ। ਉਹ ਇਹ ਗੱਲ ਕਰਦਾ ਕਿ ਪੰਜਾਬ ਇੱਕ ਵੱਖਰਾ ਦੇਸ਼ ਬਣੇ, ਤੇ ਤੁਸੀਂ ਆਪ ਇਸ ਗੱਲ ਦਾ ਮੈਨੂੰ ਰਾਹੁਲ ਗਾਂਧੀ ਤੋਂ ਜਵਾਬ ਚਾਹੀਦਾ ਐਸ ਪੰਜਾਬੀ, ਕਿਉਂਕਿ ਬੜੀ ਵੱਡੀ ਗਿਣਤੀ 'ਚ ਬਾਰਡਰਾਂ ਤੇ
ਹਰ ਥਾਂ ਤੇ ਦੇਸ਼ ਦੀ ਰੱਖਿਆ ਖਾਤਰ ਪੰਜਾਬੀ ਸ਼ਹੀਦ ਹੋ ਰਹੇ ਆ ਔਰ ਅੱਜ ਕਾਂਗਰਸ ਪਾਰਟੀ ਉਸ ਬੰਦੇ ਨੂੰ ਚੇਅਰਮੈਨ ਲਾ ਰਹੀ ਹੈ ਔਰ ਉਹਨਾਂ ਦੇ ਆਪਣੇ ਸਾਬਕਾ ਵਜ਼ੀਰ ਅਸ਼ਵਨੀ ਸੇਖੜੀ ਜੀ, ਉਹਨਾਂ ਦੇ ਆਪਣੇ ਐਮਐਲਏ ਫਤਿਹ ਜੰਗ ਬਾਜਵਾ ਜੀ, ਉਹ ਇਸ ਗੱਲ ਦੀ ਸਵਾਲ ਉਠਾ ਰਹੇ ਆ ਕਿ ਐਨਆਈਏ ਦੀ ਜਾਂਚ ਹੋਵੇ ਔਰ ਕੇਵਲ ਜਾਂਚ ਨਾ ਹੋਵੇ, ਪਰਚਾ ਦਰਜ ਹੋਵੇ। ਔਰ ਇਸ ਗੱਲ ਦਾ ਕਿਉਂਕਿ ਜਦੋਂ ਕਿਸੇ ਦੀ ਅਪਾਇੰਟਮੈਂਟ ਹੁੰਦੀ ਹੈ ਤੇ ਉਹਦਾ ਪੁਲਿਸ ਵੈਰੀਫਿਕੇਸ਼ਨ, ਉਹਦਾ ਕਰੈਕਟਰ ਵੈਰੀਫਿਕੇਸ਼ਨ ਚੀਫ ਮਿਨਿਸਟਰ ਸਾਹਿਬ ਕੋਲ ਜਾਂਦੀ ਹੈ, ਕਿਉਂਕਿ ਅਖੀਰ 'ਚ ਘੁੱਗੀ ਚੀਫ ਮਿਨਿਸਟਰ ਸਾਹਿਬ ਦੀ ਨਾਲ ਚੇਅਰਮੈਨ ਕੋਈ ਲੱਗਦਾ ਹੈ। ਸੋ ਇਹਦੇ 'ਚ ਚੀਫ ਮਿਨਿਸਟਰ ਦੀ ਮਿਲੀ ਭੁਗਤ, ਮੰਤਰੀ ਦੀ ਮਿਲੀ ਭੁਗਤ ਉਹਨਾਂ ਲੋਕਾਂ ਨਾਲ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਦੇਸ਼ ਨੂੰ ਵੱਖ ਕਰਨਾ ਚਾਹੁੰਦੇ। ਯੂਐਨ 'ਚ ਜਾ ਕੇ ਇਹ ਕਹਿੰਦੇ ਕਿ ਰੈਜ਼ੋਲੂਸ਼ਨ ਪਵੇ, ਕਿ ਇੱਕ ਵੋਟ ਪਵੇ ਕਿ ਪੰਜਾਬ ਭਾਰਤ ਦੇਸ਼ ਦਾ ਹਿੱਸਾ ਨਾ ਲਵੇ। ਇਹ ਕਿਹਦੇ ਇਸ਼ਾਰੇ ਤੇ ਹੋ ਰਿਹਾ? ਉਸੇ ਆਈਐਸਆਈ ਦੇ ਇਸ਼ਾਰੇ ਤੇ, ਉਸੇ ਪਾਕਿਸਤਾਨ ਦੇ ਇਸ਼ਾਰੇ ਤੇ। ਔਰ ਸਭ ਨੂੰ ਪਤਾ ਹੈ ਕਿ ਐਸਐਫਜੇ ਦੀ ਫੰਡਿੰਗ ਆਈਐਸਆਈ ਕਰ ਰਹੀ ਹੈ, ਪਾਕਿਸਤਾਨ ਆਰਮੀ ਕਰ ਰਹੀ ਹੈ। ਔਰ ਉਸ ਬੰਦੇ ਨੂੰ, ਉਸ ਬੰਦੇ ਦੇ ਪਰਿਵਾਰਾਂ ਨੂੰ ਜਿੱਥੇ ਸੈਡੇਸ਼ਨ ਦੇ ਚਾਰਜ ਹੋਣੇ ਚਾਹੀਦੇ, ਉਹਨਾਂ ਨੂੰ ਤਾਂ ਤੁਸੀਂ ਚੇਅਰਮੈਨ ਬਣਾ ਰਹੇ ਹੋ। ਕਾਂਗਰਸ ਜਵਾਬ ਦੇਵੇ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਜ ਐਡੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਤੇ ਠੋਕੋ ਤਾਲੀ ਦਾ, ਰਾਹੁਲ ਗਾਂਧੀ ਦਾ, ਸੋਨੀਆ ਗਾਂਧੀ ਦਾ, ਪ੍ਰਿਯੰਕਾ ਗਾਂਧੀ ਦਾ ਕੀ ਸਟੈਂਡ ਹੈ? ਮੇਰੀ ਬੇਨਤੀ ਸੁਣ ਲਿਓ ਲਾਸਟ। ਇਹ ਅਪਾਇੰਟਮੈਂਟ ਕਾਂਗਰਸ ਪਾਰਟੀ ਦੀ ਹੈ। ਐਂਡ ਆਫ ਦਾ ਡੇ ਇਹ ਅਪਾਇੰਟਮੈਂਟ ਚੀਫ ਮਿਨਿਸਟਰ ਨੇ ਕੀਤੀ ਹੈ ਆਫਟਰ ਪੁਲਿਸ ਵੈਰੀਫਿਕੇਸ਼ਨ ਐਂਡ ਆਫਟਰ ਕੈਰੈਕਟਰ ਵੈਰੀਫਿਕੇਸ਼ਨ। ਫਿਰ ਤੁਸੀਂ ਕਾਹਦੇ ਪਰਚੇ ਦੇ ਰਹੇ ਹੋ ਜੀ? ਐਸਐਫਜੇ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਦੇਸ਼ ਦਰੋਹੀ ਤਾਕਤਾਂ, ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ, ਅਵਤਾਰ ਪੰਨੂ, ਗੁਰਪ੍ਰਤਵੰਤ ਸਿੰਘ ਪੰਨੂ, ਉਹਨਾਂ ਦੇ ਖਿਲਾਫ ਪਰਚੇ ਦਰਜ ਹੋ ਰਹੇ, ਤੇ ਫਿਰ ਤੁਸੀਂ ਉਹਨਾਂ ਦੇ ਨੇੜਦੇ ਭਰਾਵਾਂ ਨੂੰ ਕਿਉਂ ਇੱਥੇ ਦੇ ਰਹੇ ਹੋ? ਨਾਮ ਲਏ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਔਰ ਸੋਨੀਆ ਗਾਂਧੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੇ ਕੋਲ ਇੱਕ ਪੰਜਾਬ ਮਾਡਲ ਹੈ, 13 ਨੁਕਾਤੀ ਪ੍ਰੋਗਰਾਮ ਹੈ, ਪਰ ਮੈਂ ਉਦੋਂ ਜਾਰੀ ਕਰੂੰਗਾ ਜਦੋਂ ਤਿੰਨਾਂ ਤੋਂ ਮੈਨੂੰ ਪਰਮਿਸ਼ਨ ਮਿਲੇਗੀ। ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਹਨਾਂ ਦਾ ਆਪ ਦਾ ਮਾਡਲ, ਪਹਿਲਾਂ ਤਾਂ ਇਹ ਦੇਖਣਾ ਪੈਣਾ ਕਿ ਇਹ ਮੋਦੀ ਸਾਹਿਬ ਦਾ ਮਾਡਲ ਲਾਗੂ ਕਰਨਾ ਚਾਹੁੰਦੇ ਆ, ਕਿ ਇਹ ਸੋਨੀਆ ਗਾਂਧੀ ਦਾ ਮਾਡਲ ਲਾਗੂ ਕਰਨਾ ਚਾਹੁੰਦੇ, ਕਿ ਪੱਪੂ ਦਾ ਮਾਡਲ ਲਾਗੂ ਕਰਨਾ ਚਾਹੁੰਦੇ। ਮਗਰ ਇੱਕ ਗੱਲ ਸਪਸ਼ਟ ਹੈ ਕਿ ਚੰਨੀ ਦੇ ਮਾਡਲ ਨਾਲ ਇਹ ਸਹਿਮਤ ਨਹੀਂ। ਇੱਕ ਗੱਲ ਤਾਂ ਨਹੀਂ ਤਾਂ ਚੰਨੀ ਸਾਹਿਬ ਜੋ ਕਰ ਰਹੇ ਆ, ਹੀ ਇਜ਼ ਦਾ ਹੈਡ ਆਫ ਦਾ ਗਵਰਨਮੈਂਟ, ਲੀਡਰ ਨੇ ਆਪ ਦੀ ਪਾਰਟੀ ਦੇ, ਆਪ ਦੀ ਲੀਡਰ ਆਫ ਮੇਨ ਜਿਹੜਾ ਐਮਐਲਏ ਦਾ ਵਿਧਾਨਕਾਰ ਦਾ ਗਰੁੱਪ ਹੈ, ਉਹਦੇ ਹੈੱਡ ਨੇ, ਤਦੇ ਮੁੱਖ ਮੰਤਰੀ ਨੇ। ਤੇ ਉੱਤੇ ਸਭ ਤੋਂ ਵੱਧ ਬੇਵਿਸ਼ਵਾਸੀ ਪੰਜਾਬ ਦੇ ਲੋਕਾਂ ਨੂੰ ਤਾਂ ਹੈ ਹੀ, ਕਿਉਂਕਿ ਨਾ ਤਾਂ ਬਿਜਲੀ ਦੀ ਦਰਾਂ ਘੱਟ ਹੋਈਆਂ, ਨਾ ਰੇਤ ਦੇ ਰੇਟ ਘੱਟ ਹੋਏ ਆ, ਜਿੰਨੇ ਵੀ ਐਲਾਨਾ ਉਹ 36000 ਮੁਲਾਜ਼ਮ ਪੱਕੇ ਹੋਏ ਆ, ਉਹ ਸਭ ਮੁੱਦੇ ਐਜ਼ ਇਟ ਇਜ਼ ਪਏ। ਔਰ ਤੁਸੀਂ ਵੇਖੋ ਇੱਕ ਫੁੱਲ ਪੇਜ ਇਸ਼ਤਿਹਾਰ ਅੱਜ ਆਇਆ ਹੈ ਕਿ ਅਸੀਂ ਜੀ ਯੂਨੀਵਰਸਿਟੀ ਨੂੰ ਮਨ ਬਣਾ ਲਿਆ ਕਿ ਸਾਲ ਦਾ 240 ਕਰੋੜ ਰੁਪਏ ਦੇਵਾਂਗੇ। ਚਲੋ ਬਹੁਤ ਧੰਨਵਾਦ, 5 ਸਾਲ ਤਾਂ ਤੁਹਾਨੂੰ ਜਾਗ ਨਹੀਂ ਹੈ, ਤੁਸੀਂ ਉਸੇ ਕੈਬਨਿਟ ਦੇ ਵਜ਼ੀਰ ਸੀ, ਮਗਰ ਤੁਹਾਡੇ ਤਾਂ ਰਹਿ ਗਏ 20 ਦਿਨ। ਉਸ ਤੋਂ ਬਾਅਦ ਸਾਲ ਦੀ ਤੁਸੀਂ ਗੱਲ ਕਿਵੇਂ ਕਰਦੇ ਹੋ? ਤੁਸੀਂ ਤਾਂ 20 ਦਿਨਾਂ ਦੀ ਗੱਲ ਕਰਿਆ ਕਰੋ, ਕਿਉਂਕਿ ਉਸ ਤੋਂ ਬਾਅਦ ਚੋਣਾਂ ਨੇ। ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿਹਨੂੰ ਬਣਾਉਣਾ, ਨਹੀਂ ਬਣਾਉਣਾ। ਕੀ ਇਹਨਾਂ ਨੇ ਮਸ਼ੀਨਾਂ ਵੀ ਕਾਬੂ ਕੀਤੀਆਂ ਨੇ? ਇਹਨਾਂ ਨੂੰ ਪਹਿਲਾਂ ਪਤਾ ਰਿਜ਼ਲਟ ਕੀ ਆਉਣਾ। ਹਰੀਸ਼ ਚੌਧਰੀ ਨੇ ਜਿਹੜਾ ਪਰਨੀਤ ਕੌਰ ਨੂੰ ਨੋਟਿਸ ਜਾਰੀ ਕੀਤਾ ਹੈ, ਜਿਹੜਾ ਕਿ ਤੁਸੀਂ ਜਵਾਬ ਦਿਓ ਕਿ ਤੁਸੀਂ ਕੈਪਟਨ ਸਾਹਿਬ ਦੇ ਨਾਲ ਹੋ ਕਿ ਸਾਡੀ ਕਾਂਗਰਸ ਦੇ ਨਾਲ ਹੋ। ਇਸ ਦਾ 7 ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਮੰਗਿਆ, ਉਸ ਤੇ ਕੀ ਕਹੋਗੇ? ਦੇਖੋ, ਇਹ ਕਾਂਗਰਸ ਦਾ ਅੰਦਰੂਨੀ ਮਾਮਲਾ, ਉਹ ਕਿਹਨੂੰ ਨੋਟਿਸ ਜਾਰੀ ਕਰਨ ਨਾ ਜਾਰੀ ਕਰਨ, ਮੈਂ ਉਹਦੇ ਬਾਰੇ ਟਿੱਪਣੀ ਨਹੀਂ ਕਰਦਾ। ਮਗਰ ਮੈਂ ਇੱਕ ਗੱਲ ਕਹਿ ਸਕਦਾ ਹਾਂ ਕਿ ਚੌਧਰੀ ਪਰਿਵਾਰ ਇੱਕ ਬਹੁਤ ਵੱਡਾ ਰੇਤ ਮਾਫੀਆ ਇੱਥੇ ਚਲਾ ਰਿਹਾ ਔਰ ਉਸ ਨੂੰ ਸਰਪ੍ਰਸਤੀ ਇਸ ਚੌਧਰੀ ਦੀ ਹੈ। ਸੋ ਇਹ ਪੰਜਾਬ ਦੇ ਖਜ਼ਾਨੇ ਦੀ ਲੁੱਟ AICC ਨੂੰ ਜਾ ਰਹੀ ਹੈ। ਮੇਰਾ ਤਾਂ ਉਹਦੇ ਬਾਰੇ ਸਵਾਲ ਹੈ, ਕਿਉਂਕਿ ਇਹ ਪੰਜਾਬ ਦੇ ਖਜ਼ਾਨੇ ਨਾਲ ਸੰਬੰਧਿਤ ਹੈ। ਔਰ ਉਹ ਨੋਟਿਸ ਦੇਣ ਨਾ ਦੇਣ, ਉਹਨਾਂ 'ਚ ਪਤਾ ਹੀ ਆਪਾਂ ਨੂੰ ਕਿ ਕਿੰਨਾ ਕਾਟੋ ਕਲੇਸ਼ ਕਾਂਗਰਸ 'ਚ ਚੱਲ ਰਿਹਾ। ਕਾਂਗਰਸ ਦੇ ਅੰਦਰੂਨੀ ਹਾਲਾਤਾਂ ਦਾ ਆਪਾਂ ਨੂੰ ਪਤਾ, ਉਹਦੇ ਬਾਰੇ ਮੈਂ ਨਹੀਂ। ਮਗਰ ਹਾਂ, ਦੇਸ਼ ਦਰੋਹੀ ਤਾਕਤਾਂ ਦਾ ਸਾਥ ਦੇਣਾ, ਪੰਜਾਬ ਦੇ ਖਜ਼ਾਨੇ ਨੂੰ ਲੁੱਟਣਾ, ਚੰਨੀ ਨੂੰ ਮੁੱਖ ਮੰਤਰੀ ਨਾ ਕਬੂਲਣਾ,
ਐਸਸੀ ਭਾਈਚਾਰੇ ਦਾ ਅਪਮਾਨ ਕਰਨਾ, ਇਹ ਪੰਜਾਬ ਦੇ ਲੋਕ ਇਹਦੇ ਬਾਰੇ ਸਵਾਲ ਪੁੱਛਦੇ ਆ। ਇਹਦੇ ਬਾਰੇ ਸਪਸ਼ਟ ਜਵਾਬ ਰਾਹੁਲ ਗਾਂਧੀ ਦਿਓ। 2017 ਚ ਮੋਰਮੰਡੀ ਬਲਾਸਟ ਹੋਇਆ ਸੀ, ਹੁਣ ਫਿਰ ਪਠਾਨਕੋਟ ਚੋਣਾਂ ਆਉਂਦੇ ਪਠਾਨਕੋਟ ਚ ਬਲਾਸਟ ਹੋਇਆ। ਜਦੋਂ ਇੱਕ ਪਾਸੇ ਸੀਬੀਆਈ, ਐਨਆਈਏ, ਪੰਜਾਬ ਪੁਲਿਸ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ, ਜਿਹੜੀਆਂ ਤਾਕਤਾਂ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ, ਉਹਨਾਂ ਨੂੰ ਇੱਕ ਪਾਸੇ ਚੇਅਰਮੈਨੀਆਂ ਮਿਲਣ, ਉਹਨਾਂ ਦੇ ਹੌਸਲੇ ਬੁਲੰਦ ਕੀਤੇ ਜਾਣ, ਤੇ ਦੂਜੇ ਪਾਸੇ ਤਾਂ ਫਿਰ ਕੁਝ ਹੋ ਸਕਦਾ। ਮਤਲਬ ਸਿਕਿਉਰਿਟੀ ਉੱਤੇ ਕਿੱਡਾ ਵੱਡਾ ਫੇਲੀਅਰ ਹੈ। ਔਰ ਅੰਦਰ ਖਾਤੇ ਜ਼ਬਾਨ ਤੋਂ ਤੁਸੀਂ ਜੋ ਮਰਜ਼ੀ ਬੋਲੀ ਜਾਓ, ਮਗਰ ਅੰਦਰੋਂ ਤੁਹਾਡੀ ਔਨ ਸਿਕਿਉਰਿਟੀ ਇਸ਼ੂਜ਼ ਕੀ ਸੋਚ ਹੈ? ਉਹ ਤਾਂ ਜਦੋਂ ਐਸਐਫਜੇ ਦੇ ਰਿਸ਼ਤੇਦਾਰ ਲੱਗ ਗਏ ਮੇਨ ਡਿਸੀਜਨ ਮੇਕਿੰਗ ਬਾਡੀ 'ਚ, ਔਰ ਮੈਂ ਇੱਕ ਮੰਤਰੀ ਸਾਹਿਬ ਕਹਿ ਰਿਹਾ ਮੇਰਾ ਤਾਂ ਉਹ ਸੱਜੀ ਬਾਂਹ ਹੈ, ਤੇ ਫਿਰ ਤੇਰੀ ਖੱਬੀ ਬਾਂਹ ਕੀ ਕਰਦੀ ਫਿਰਦੀ, ਇਹ ਵੀ ਦੱਸ ਲੋਕਾਂ ਨੂੰ ਆਈਐਸਆਈ ਦੇ ਇਸ਼ਾਰੇ 'ਤੇ। ਇਸ ਲਈ ਇਹ ਬੜੇ ਸੀਰੀਅਸ, ਔਰ ਮੈਂ ਬਾਰ-ਬਾਰ ਕਹਿ ਰਿਹਾ ਐਸਐਫਜੇ ਇਜ਼ ਫੰਡਡ ਬਾਈ ਆਈਐਸਆਈ, ਦ ਸੇਮ ਆਈਐਸਆਈ ਜਿਹੜਾ ਦੇਸ਼ ਨੂੰ ਕਦੇ, ਸਾਡੇ ਦੇਸ਼ ਨੂੰ ਸੁਖੀ ਵਸਣਾ ਨਹੀਂ ਵੇਖਣਾ ਚਾਹੁੰਦੀ, ਸੇਮ ਆਈਐਸਆਈ ਜਿਨ੍ਹਾਂ ਦੇ ਹੱਥ ਉਸ ਮਹਾਨ ਸ਼ਹੀਦਾਂ ਦੇ, ਪੰਜਾਬ ਦੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਖੂਨ ਨਾਲ ਰੰਗੇ ਹੋਏ ਆ, ਉਹਨਾਂ ਦੇ ਇਸ਼ਾਰੇ ਤੇ ਅੱਜ ਪੰਜਾਬ ਦੀ ਕਾਂਗਰਸ ਕੰਮ ਕਰੇ। ਮੇਰੇ ਲਈ ਬੜਾ ਇੱਕ ਸਟਰੋਂਗਲੀ, ਮੈਂ ਜਿੱਥੇ ਇਸ ਨੂੰ ਕੰਡੈਮ ਕਰਦਾ ਤਾਂ ਮੇਰੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਔਰ ਕਾਂਗਰਸ ਇੱਥੇ ਚੁੱਪ ਹੈ, ਰਾਹੁਲ ਗਾਂਧੀ ਇੱਥੇ ਚੁੱਪ ਹੈ, ਸੋਨੀਆ ਗਾਂਧੀ ਇੱਥੇ ਚੁੱਪ ਹੈ, ਠੋਕੋ ਤਾਲੀ ਇੱਥੇ ਚੁੱਪ ਹੈ। ਹਾਂਜੀ ਦੇਖੋ ਉਹ ਕੀ ਕਰ ਰਹੇ ਕੀ ਨਹੀਂ ਕਰ ਰਹੇ ਉਹਦਾ ਬਾਲਾ, ਉਹ ਤਾਂ ਫਿਰ ਐ ਤਾਂ ਉਹਨੇ ਰਾਹੁਲ ਨੂੰ ਵੀ ਪੱਪੂ ਆਖਿਆ। ਇਸ ਲਈ ਮੈਂ ਉਹਦੇ 13 ਪੋਸਟਾਂ ਨੇ, ਉਹਨਾਂ ਦੇ ਪਿੱਛੇ 6 ਬਾਰਡਰ ਦੇ ਸਕੂਲਾਂ ਦੇ ਵਿੱਚ ਖਾਲੀ 260 ਬੱਚਿਆਂ ਨੂੰ ਇੱਕ ਟਿਊਸ਼ਨ ਪੜ੍ਹਾ ਰਿਹਾ ਜੀ। ਉਹ ਰਾਤੀ ਚੰਨੀ ਨੂੰ ਮਿਲਣ ਗਏ ਸੀਗੇ ਸੀਐਮ ਨੂੰ, ਉਹਨਾਂ ਨੇ ਕਿਹਾ ਰਾਤ ਨੂੰ ਗੱਲ ਪੱਕੇ ਨਹੀਂ ਕਰੇ, ਲਗਾਤਾਰ ਧਰਨਾ ਚੱਲ ਰਿਹਾ ਜੀ। ਤੁਸੀਂ ਨਾ ਅੱਜ ਜਾ ਕੇ ਆ ਮੈਰੀਟੋਰੀਅਸ ਸਕੂਲ ਬਣਿਆ ਇੱਥੇ ਬਾਈਪਾਸ ਤੇ ਜਾ ਕੇ ਹਾਲ ਵੇਖੋ ਤੇ ਕੀ ਆ। ਮੈਨੂੰ ਰੋਜ਼ ਮੈਸੇਜ ਆ ਰਿਹਾ ਕਿ ਮੈਰੀਟੋਰੀਅਸ ਸਕੂਲ ਬੰਦ ਹੋਣ ਦੇ ਕਿਨਾਰੇ ਆ। ਮੈਰੀਟੋਰੀਅਸ 'ਚ ਬੱਚੇ ਕਿਹਦੇ ਪੜ੍ਹ ਰਹੇ ਆ? ਸਭ ਤੋਂ ਇਕਨੋਮਿਕਲੀ ਵੀਕਰ ਸੈਕਸ਼ਨ ਆਫ ਸੋਸਾਇਟੀ ਦੇ ਗਰੀਬਾਂ ਦੇ ਬੱਚੇ। ਉਹਨਾਂ ਬੱਚਿਆਂ ਨੂੰ ਲਈ ਖੋਲੇ ਗਏ ਸੀ ਜਿਨ੍ਹਾਂ ਦੇ 80% ਤੋਂ ਵੱਧ ਨੰਬਰ ਆ ਰਹੇ ਸੀ, ਔਰ ਕਿੱਥੇ ਉਹ ਵਧੀਆ ਤਾਲੀਮ ਹਾਸਿਲ ਕਰਕੇ ਆਪਦੇ ਪੈਰਾਂ ਤੇ ਖਲੋ ਰਹੇ ਸੀ। ਅੱਜ ਨਾ ਉੱਥੇ ਤਨਖਾਹਾਂ ਦਿੱਤੀਆਂ ਜਾ ਰਹੀਆਂ, ਨਾ ਸਕੂਲ ਉੱਥੇ ਕੈਂਟੀਨ ਚਲਾਈ ਜਾ ਰਹੀ ਹੈ, ਨਾ ਬੱਚਿਆਂ ਦਾ ਉੱਥੇ ਕੋਈ ਐਜੂਕੇਸ਼ਨ ਦਾ ਧਿਆਨ ਕੀਤਾ ਜਾ ਰਿਹਾ। ਅੱਜ ਅਸਲੀਅਤ ਇਹ ਹੈ ਕਿ ਚੰਨੀ ਸਾਹਿਬ ਐਲਾਨ ਤੇ ਐਲਾਨ, ਤਦੇ ਮੈਂ ਬਾਰ-ਬਾਰ ਇਹਨਾਂ ਦਾ ਨਾਂ ਐਲਾਨੀਆ ਅਜੀਤ ਸਿੰਘ ਲੈ ਰਿਹਾ, ਮਗਰ ਵੇਅਰ ਇਜ਼ ਦ ਮਨੀ? ਦੇਖੋ ਇਹਨਾਂ ਦੇ ਨਾਲ ਇਹਨਾਂ ਦਾ ਖਜ਼ਾਨਾ ਮੰਤਰੀ ਸਾਹਿਬ ਬਹਿੰਦੇ ਆ, ਉਹਨਾਂ ਦਾ ਇੱਕੋ ਲਫ਼ਜ਼ ਰਹੇ ਆ 5 ਸਾਲ ਖਜ਼ਾਨਾ ਖਾਲੀ। ਜਿਹਨੇ ਖਜ਼ਾਨੇ ਨੂੰ ਵੇਖਿਆ ਉਹ ਨਹੀਂ ਮੰਨਦਾ ਖਜ਼ਾਨਾ ਭਰਿਆ। ਜਿਹੜਾ ਇਹਨਾਂ ਦਾ ਪ੍ਰਧਾਨ ਹੈ ਉਹ ਕਹਿੰਦਾ ਜੀ ਲੋਲੀਪੌਪ ਨਾ ਦਿਓ, 3 ਲੱਖ ਕਰੋੜ ਦਾ ਕਰਜ਼ਾ ਹੈ, ਔਰ ਲੋਕਾਂ ਨੂੰ ਸੁਚੇਤ ਕਰਦਾ ਕਿ ਲੋਲੀਪੌਪ ਤੇ ਨਾ ਪਿੱਛੇ ਜਾਇਓ। ਉਹ ਵੀ ਕਹਿੰਦਾ ਖਜ਼ਾਨਾ ਖਾਲੀ। ਤੇ ਤੁਸੀਂ ਆਪ ਮੰਨ ਲਓ ਕਿ ਸੱਚ ਕੀ ਹੈ। ਲੋਕ ਵੀ ਜਾਣਦੇ ਆ, ਕੱਲਾ ਚੰਨੀ ਦੇ ਝੂਠ 'ਚ ਕਿਸੇ ਨੇ ਨਹੀਂ ਫਸਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਪੰਜਾਬ ਦੇ ਵਿੱਚ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ, ਉਹ ਚੰਨੀ ਨੂੰ ਨਕਲੀ ਕੇਜਰੀਵਾਲ ਕਹਿੰਦੇ। ਤੁਸੀਂ ਸਮਝਦੇ ਹੋ ਕਿ ਕੇਜਰੀਵਾਲ ਦੇ ਕਹਿਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਜਾ ਰਹੇ? ਭਾਈ ਸਾਹਿਬ, ਇੱਕ ਨਟਵਰ ਲਾਲ ਤੇ ਇੱਕ ਬਨਵਾਰੀ ਲਾਲ ਤੇ ਤੀਜਾ ਕੇਜਰੀਵਾਲ, ਇਹ ਸਭ ਕਲਾਕਾਰ ਨੇ। ਇਹਨਾਂ ਦੇ ਜਦ ਜਾ ਕੇ ਟੈਸਟ ਹੋਇਆ ਨਾ, ਤੇ ਜਿੰਨਾ ਗੱਪ ਤੇ ਝੂਠ ਇਹਨਾਂ ਨੇ ਮਾਰਿਆ, ਰੱਬ ਦੇ ਘਰ 'ਚ ਵੀ ਇਹਨਾਂ ਨੂੰ ਕੋਈ ਮਾਫੀ ਨਹੀਂ ਹੋਣੀ। ਮੇਰੀ ਮੋਟੀ ਜੀ ਗੱਲ ਹੈ, ਸ਼ਰਮਾ ਜੀ ਕੋ ਕਵੇ ਨਿਊਜ਼ 18 'ਚ ਤਾਂ ਇਹ ਪਾਲਿਸੀ ਲਾਗੂ ਨਹੀਂ, ਤੇ ਕਵੇ ਬਾਕੀ ਚੈਨਲਾਂ 'ਚ ਕਰ ਦਿਓ। ਉਹੀ ਹਾਲ ਕੇਜਰੀਵਾਲ ਦਾ। 1000 ਰੁਪਈਆ ਕਿਸੇ ਧੀ ਭੈਣ ਨੂੰ ਦਿੱਲੀ ਦਿੱਤਾ ਨਹੀਂ? ਕੀ ਦਿੱਲੀ 'ਚ ਤੁਸੀਂ ਕਿਸੇ ਕਿਸਾਨ ਦੇ ਮੋਟਰ ਦਾ ਬਿੱਲ ਮਾਫ ਕੀਤਾ? ਨਹੀਂ। ਕੀ ਦਿੱਲੀ 'ਚ ਬਿਜਲੀ ਸਭ ਤੋਂ ਵੱਧ ਉੱਥੇ ਦੁਕਾਨਦਾਰ ਨੇ, ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾਂਦੀ ਹੈ, ਉੱਥੇ ਸਸਤੀ ਕਿਉਂ ਨਹੀਂ ਕੀਤੀ ਗਈ? ਅੱਜ ਐਵਰੇਜ ਬਿਜਲੀ ਦਾ ਰੇਟ ਪਰ ਯੂਨਿਟ ਦਿੱਲੀ 'ਚ ਸਭ ਤੋਂ ਮਹਿੰਗਾ, ਔਰ ਦਿੱਲੀ 'ਚ ਅੱਜ ਤੱਕ ਠੇਕਾ ਪ੍ਰਣਾਲੀ ਤੋਂ ਕੰਮ ਚੱਲ ਰਿਹਾ। ਕੱਲ ਡਾਕਟਰ ਸਟ੍ਰਾਈਕ ਤੇ ਚਲੇ ਗਏ ਆ ਕਿ ਸਾਨੂੰ ਤਨਖਾਹ ਨਹੀਂ ਮਿਲ ਰਹੀ। ਉੱਥੇ ਜਿਹੜੇ ਉਹ ਮੁਹੱਲਾ ਕਲੀਨਿਕ 480 ਚੋਂ 290 ਬੰਦ ਹੋ ਗਏ। ਨਵਾਂ ਸਕੂਲ ਇੱਕ ਖੋਲਿਆ ਗਿਆ, ਕਾਲਜ ਇੱਕ ਖੋਲਿਆ ਗਿਆ। ਅਮਰੀਕਾ ਤੋਂ ਤਾਂ ਲੋਕ ਦਿੱਲੀ ਉਹ ਆਉਂਦੇ ਆ, ਸਾਡੀ ਰਾਜਧਾਨੀ ਹੈ, ਇਹਨੂੰ ਨਹੀਂ ਵੇਖਣ ਆਉਂਦੇ। ਹੁਣ ਕੋਈ ਆਵੇ ਸ੍ਰੀ ਹਰਿਮੰਦਰ ਸਾਹਿਬ ਤੇ ਤੁਸੀਂ ਕਹੋ ਸਾਨੂੰ ਵੇਖਣ ਆਇਆ, ਨਹੀਂ, ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਚ ਸਾਨੂੰ ਆਏ ਆ। ਸਰ ਜੀ, ਆਰਟੀਆਈ ਦੀ ਮੈਂ ਤੁਹਾਨੂੰ ਕਾਪੀ ਭੇਜ ਦੂੰ। ਕੋਈ ਟੀਚਰ ਪੱਕਾ ਨਹੀਂ ਕੀਤਾ, ਔਰ 8 ਲੱਖ ਨੌਕਰੀ ਦਾ ਵਾਅਦਾ ਕੀਤਾ ਸੀ, ਉਹਦੇ ਬਦਲੇ
ਮੈਨੂੰ ਲੱਗਦਾ 414 ਨੌਕਰੀ ਦਿੱਤੀ ਔਰ ਉੱਥੇ ਠੇਕਾ ਪ੍ਰਣਾਲੀ ਨੂੰ ਦਿੱਲੀ 'ਚ ਤਵੱਜੋ ਦਿੱਤੀ ਜਾਂਦੀ ਵਾਇਆ ਦਾ ਡਾਕਟਰ ਸਟ੍ਰਾਈਕਿੰਗ। ਔਰ ਜੇ ਡਾਕਟਰਸ ਦਾ ਹਾਲ ਸਹੀ ਹੁੰਦਾ, ਮੁਹੱਲਾ ਕਲੀਨਿਕ ਦਾ ਹਾਲ ਸਹੀ ਹੁੰਦਾ, ਹਸਪਤਾਲ ਖੋਲੇ ਗਏ ਹੁੰਦੇ, ਤੇ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਟਿੱਪਣੀ ਕਿਉਂ ਕਰਨੀ ਸੀ ਕਿ ਵਾਟ ਯੂਜ਼ ਆਰ ਦੀਸ ਮੁਹੱਲਾ ਕਲੀਨਿਕ। ਜੇ ਕੋਰੋਨਾ ਕਾਲ 'ਚ ਜੋ ਹਾਲ ਦਿੱਲੀ ਦਾ ਹੋਇਆ, ਲੋਕਾਂ ਨੇ ਤਾਂ ਇਲਾਜ ਆਂਢੀ ਗੁਆਂਢੀ ਸੂਬਿਆਂ 'ਚ ਆ ਕੇ ਕਰਾਏ। ਬੜਿੰਗ ਤੜਿੰਗ ਹੋ ਗਈ ਆ ਭਰਾ, ਤੂੰ ਛੱਡ ਪਰਾਏਂਗਾ। ਸੋ ਇਸ ਸਮੇਂ ਵਿਕਰਮ ਮਜੀਠੀਆ ਜਿਨ੍ਹਾਂ ਨੇ ਕਿਤੇ ਨਾ ਕਿਤੇ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਨੇ। ਨਵਜੋਤ ਸਿੰਘ ਮੈਂ ਕਰਦਾ ਉਹਨਾਂ ਦਾ ਧੰਨਵਾਦ। ਵਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਿਆ, ਨਾਲ ਹੀ ਉਹਨਾਂ ਕਾਂਗਰਸ ਸਰਕਾਰ ਵੱਲੋਂ ਕੀਤੇ ਐਲਾਨਾਂ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਸੀਐਮ ਚੰਨੀ ਉੱਤੇ ਭਰੋਸਾ ਨਹੀਂ ਹੈ, ਇਸ ਲਈ ਕਾਂਗਰਸ ਪਾਰਟੀ ਆਪਣਾ 2022 ਦਾ ਸੀਐਮ ਚਿਹਰਾ ਸਪਸ਼ਟ ਨਹੀਂ ਕਰ ਰਹੀ। ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਉੱਤੇ ਵੀ ਨਿਸ਼ਾਨੇ ਸਾਧੇ ਨੇ। 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਐਕਟਿਵ ਹੋ ਚੁੱਕੀਆਂ ਨੇ ਅਤੇ ਆਪਣਾ ਪ੍ਰਚਾਰ ਕਰ ਰਹੀਆਂ ਨੇ। ਇਸੇ ਵਿੱਚ ਵਿਕਰਮ ਮਜੀਠੀਆ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹਨਾਂ ਨੇ ਕਈ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਸਕੇਗਾ? ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ। ਦੇਸ਼ ਦੁਨੀਆ ਦੀਆਂ तमाम ਖਬਰਾਂ ਲਈ ਬਣੇ ਰਹੋ ਵੌਇਸ ਆਫ ਪੰਜਾਬ ਟੀਵੀ ਦੇ ਨਾਲ।